गुरु प्यारिओ, वाहिगुरु जी का खालसा, वाहिगुरु जी की फतेह। पिछले काफ़ी दिनों तो दास आप जी ਦੇ ਨਾਲ ਗੁਰੂ ਸਿੱਖ ਸੰਬੰਧ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ, ਜਿਹਦੇ ਅੱਜ ਅਸੀਂ ਬਿਲਕੁਲ ਆਖਰੀ ਪੜਾਅ ਤੇ ਪਹੁੰਚ ਗਏ ਹਾਂ। ਔਰ ਇਸ ਆਖਰੀ ਪੜਾਅ ਦੇ ਵਿੱਚ ਅਸੀਂ ਇਹ ਵਿਚਾਰਾਂਗੇ ਕਿ ਸਿੱਖ ਦੇ ਜੀਵਨ 'ਚ ਗੁਰੂ ਦਾ ਕੀ ਸਥਾਨ ਹੈ। ਹੁਣ ਇੱਕ ਥੋੜਾ ਜਿਹਾ ਮਨ ਦੇ ਵਿੱਚ ਖਿਆਲ ਆਏਗਾ ਕਿ ਸੰਬੰਧ ਜਦ ਬਣ ਗਿਆ, ਸੰਬੰਧ ਕਿਸ ਪੱਧਰ ਤੇ ਲੈ ਕੇ ਜਾਣਾ ਹੈ ਉਹ ਵੀ ਗੱਲ ਹੋ ਗਈ। ਫਿਰ ਇਹ ਨਵੀਂ ਗੱਲ ਕਿਵੇਂ ਆ ਗਈ ਕਿ ਸਿੱਖ ਦੇ ਜੀਵਨ 'ਚ ਗੁਰੂ ਦਾ ਸਥਾਨ ਕੀ ਹੈ। ਵਟ ਇਜ਼ ਦ ਸਟੇਟਸ ਆਫ ਗੁਰੂ ਇਨ ਸਿੱਖਸ ਲਾਈਫ। ਨਹੀਂ, ਸੰਬੰਧ ਤੇ ਸਟੇਟਸ ਦੇ ਵਿੱਚ ਬੜਾ ਫਰਕ ਹੁੰਦਾ ਹੈ। ਇੱਕ ਅੱਜ ਦੇ ਦੁਨਿਆਵੀ ਜੀਵਨ ਦੀ ਗੱਲ ਕਰਾਂ ਅੱਜ ਦੇ, ਪਹਿਲਾਂ ਇਹ ਇਸ ਰੂਪ 'ਚ ਹੁੰਦਾ ਸੀ ਕਿ ਇੱਕ ਲੜਕੀ ਲੜਕੇ ਦੀ ਸ਼ਾਦੀ ਕਰਨੀ, ਆਨੰਦ ਕਾਰਜ ਕਰਨੀ, ਮਾਤਾ ਪਿਤਾ ਉਹ ਫਿਕਸ ਕਰਦੇ ਸਨ। ਉਸ ਤੋਂ ਪਹਿਲਾਂ ਇੱਕ ਦੂਜੇ ਵਾਸਤੇ ਅਜਨਬੀ ਹੁੰਦੇ ਸਨ। ਜਿਸ ਵੇਲੇ ਉਹਨਾਂ ਇੱਕ ਦੂਜੇ ਨੂੰ ਵੇਖਿਆ, ਥੋੜ੍ਹੇ ਜਿਹੇ ਜਾਣਕਾਰ ਬਣ ਗਏ, ਉਹਨਾਂ ਦਾ ਰਿਸ਼ਤਾ ਪੱਕਾ ਹੋ ਗਿਆ, ਇੱਕ ਦੂਜੇ ਦੇ ਮੰਗੇਤਰ ਬਣ ਗਏ। ਤੇ ਜਿਸ ਵੇਲੇ ਉਹਨਾਂ ਦੀ ਸ਼ਾਦੀ ਹੋ ਗਈ, ਉਸ ਵੇਲੇ ਉਹ ਪਤੀ ਪਤਨੀ ਬਣ ਗਏ। ਹੁਣ ਤਿੰਨਾਂ ਸਟੇਜਿਸ ਦੇ ਵਿੱਚ ਉਹਨਾਂ ਦੀ ਰਿਲੇਸ਼ਨਸ਼ਿਪ ਦੇ ਵਿੱਚ ਬੜਾ ਵੱਡਾ ਫਰਕ ਹੈ। ਜਦੋਂ ਜਾਣਕਾਰ ਬਣੇ, ਉਹ ਸਿਰਫ ਇੱਕ ਦੂਜੇ ਨੂੰ ਗੱਲਬਾਤ ਕੀਤੀ, ਜਾਣਿਆ ਇੱਕ ਦੂਜੇ ਦੇ ਬਾਰੇ। ਜਦੋਂ ਮੰਗੇਤਰ ਬਣ ਗਏ, ਕੁਝ ਇੱਕ ਦੂਜੇ ਤੇ ਹੱਕ ਵਧੇਰੇ ਹੋ ਗਿਆ, ਸ਼ਾਇਦ ਕੁਝ ਮਿਲਣ ਜੁਲਣ ਦੀ ਖੁੱਲ੍ਹ ਵੀ ਮਿਲ ਗਈ, ਲੇਕਿਨ ਇੱਕ ਹੱਦ ਦੇ ਵਿੱਚ। ਜਦੋਂ ਪਤੀ ਪਤਨੀ ਬਣ ਗਏ ਤੇ ਉਹੀ ਲੜਕਾ ਲੜਕੀ, ਉਹਨਾਂ ਦਾ ਰਿਲੇਸ਼ਨਸ਼ਿਪ ਜਿਹੜਾ ਕਿਸੇ ਹੋਰ ਪੱਧਰ ਤੇ ਪਹੁੰਚ ਗਿਆ। ਔਰ ਇਹ ਸਟੇਟਸ ਸਾਰਿਆਂ ਵਾਸਤੇ ਇੱਕ ਨਹੀਂ ਹੁੰਦਾ। ਇੱਕ ਲੜਕੀ ਜਨਮ ਲੈਂਦੀ ਹੈ, ਉਹ ਧੀ ਹੁੰਦੀ ਹੈ, ਵੱਡੀ ਹੋ ਕੇ ਉਹਦਾ ਵਿਆਹ ਹੋ ਜਾਂਦਾ ਹੈ, ਉਹ ਧੀ ਵੀ ਰਹਿੰਦੀ ਹੈ ਤੇ ਨਾਲ ਦੂਸਰੇ ਦੇ ਵਾਸਤੇ, ਜਿਹਦੇ ਵਾਸਤੇ ਧੀ ਹੈ ਉਹ ਅਖੀਰ ਤੱਕ ਧੀ ਰਹੇਗੀ, ਦੂਜੇ ਵਾਸਤੇ ਉਹ ਪਤਨੀ ਵੀ ਬਣ ਜਾਂਦੀ ਹੈ। ਫਿਰ ਇੱਕ ਤੀਸਰਾ ਸੰਸਾਰ ਦੇ ਵਿੱਚ ਆਉਂਦਾ, ਜਿਹਦੇ ਵਾਸਤੇ ਉਹ ਮਾਂ ਬਣ ਜਾਂਦੀ ਹੈ। ਇੱਕ ਚੌਥਾ ਵੀ ਆ ਸਕਦਾ ਹੈ ਜੀਵਨ ਦੇ ਵਿੱਚ, ਜਿਹਦੇ ਵਾਸਤੇ ਉਹ ਦਾਦੀ ਬਣ ਜਾਏ, ਨਾਨੀ ਬਣ ਜਾਏ। ਇਸ ਤਰ੍ਹਾਂ ਅਲੱਗ-ਅਲੱਗ ਵਿਅਕਤੀਆਂ ਦੇ ਵਾਸਤੇ ਸਟੇਟਸ ਵੀ ਅਲੱਗ ਹੁੰਦਾ ਔਰ ਸਮੇਂ ਦੇ ਨਾਲ ਚੇਂਜ ਹੁੰਦਾ ਰਹਿੰਦਾ ਹੈ। ਅਸੀਂ ਅੱਜ ਵੇਖਣਾ ਕਿ ਸਾਡੇ ਸਿੱਖਾਂ ਦੇ ਜੀਵਨ ਦੇ ਵਿੱਚ ਗੁਰੂ ਦਾ ਕੀ ਸਥਾਨ ਹੈ, ਕੀ ਸਟੇਟਸ ਹੈ। ਅੱਜ ਦਾ ਪਹਿਲਾ ਪ੍ਰਵਾਨ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ, ਜਿਹਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਕਰ ਪ੍ਰਗਟ ਆਖ ਸੁਣਾਇਆ। ਮੈਂ ਹੋਕਾ ਦੇ ਕੇ ਆਖਤਾ, ਖੁੱਲ੍ਹ ਕੇ ਕਹਿਤੀ ਇਹ ਗੱਲ। ਸਮਝ ਲਓ ਦੁਨੀਆ ਦੇ ਲੋਕੋ, ਕੀ ਸਮਝ ਲਓ? ਬਿਨ ਸਤਿਗੁਰ ਕਿਨੈ ਨਾ ਪਾਇਓ, ਸਤਿਗੁਰੂ ਤੋਂ ਬਗੈਰ, ਭਾਵ ਸਤਿਗੁਰ, ਸਤਿਗੁਰੂ ਦੇ ਗਿਆਨ ਤੋਂ ਬਗੈਰ, ਸਤਿਗੁਰੂ ਦੀ ਦਿੱਤੀ ਸਿੱਖਿਆ ਤੋਂ ਬਗੈਰ, ਸਤਿਗੁਰੂ ਦੇ ਦਿੱਤੇ ਗੁਰ ਤੋਂ ਬਗੈਰ ਕਿਨੈ ਨਾ ਪਾਇਓ। ਕੋਈ ਪਰਮਾਤਮਾ ਨਹੀਂ ਪਾ ਸਕਦਾ, ਕਿਸੇ ਨੇ ਨਹੀਂ ਪਾਇਆ। ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ। ਸਤਿਗੁਰੂ ਦੇ ਵਿੱਚ ਅਕਾਲ ਪੁਰਖ ਆਪ ਸਮਾਇਆ ਹੋਇਆ, ਗੁਰੂ ਦੇ ਗਿਆਨ ਦੇ ਵਿੱਚ, ਗੁਰੂ ਦੀ ਸਿੱਖਿਆ ਦੇ ਵਿੱਚ ਪਰਮਾਤਮਾ ਆਪ ਸਮਾਇਆ ਹੋਇਆ, ਸਾਂਭ ਕੇ ਰੱਖਿਆ ਹੋਇਆ ਉਹਦੇ ਵਿੱਚ। ਸਤਿਗੁਰ ਵਿੱਚ ਆਪ ਰੱਖਿਆ, ਕਰ ਪ੍ਰਗਟ ਆਖ ਸੁਣਾਇਆ। ਇਹ ਗੱਲ ਹੈ ਜਿਹੜੀ ਮੈਂ ਹੋਕਾ ਦੇ ਕੇ ਸੰਸਾਰ ਨੂੰ ਕਹਿਤੀ, ਖੁੱਲ੍ਹ ਕੇ ਕਹਿਤੀ। ਅੱਜ ਦਾ ਦੂਸਰਾ ਪ੍ਰਮਾਣ ਗੁਰੂ ਰਾਮਦਾਸ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ, ਜਿਸ ਵਿੱਚ ਚੌਥੇ ਨਾਨਕ ਬਖਸ਼ਿਸ਼ ਕਰਦੇ ਨੇ, ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ, ਹਮ ਮੂੜ ਮੁਗਧ ਅਸੁੱਧ ਮਤ ਹੋਤੇ, ਗੁਰ ਸਤਿਗੁਰ ਕੈ ਬਚਨ ਹਰ ਹਮ ਜਾਨੇ। हे मेरे राम जी, हे मेरे परमात्मा जी, वाहिगुरु जी, हम सतगुर पार ब्रह्म कर माने। मैं तो गुरु के ज्ञान के विचों इस अकाल पुरख के दर्शन किए ने, उन्हें परमात्मा करके मन्निया। सतगुरु किहड़ा सतगुरु? जिहड़ा गुरु तो जिहड़ा मैनू सच्चा ज्ञान मिलिया, सिक्ख्या मिली, उपदेश मिली है, मैं परमात्मा के रूप के विच वेख्या, समझिया।
मन्या। हम मूड मुग्ध असुध मद होते। ये क्यों मैं ऐसा मन्या है, कारण की है? असल दे विच मैं तो मूर्ख सा, मां मूर्ख सा, भैड़ी मत वाला सा, असुध मत, भैड़ी मत वाला सा, पुठी मत वाला सा। गुरु सतगुर कै बचन हर हम जाने। लेकिन सतगुरु के बचनों द्वारा, सतगुरु की दी सिक्ख्या द्वारा मैं परमात्मा नूं जान लिया। जैसे जान लिया तो मैनूं पता लग गया कि परमात्मा ते सतगुर दे विच कोई भेद नहीं। अगला प्रमाण, तीसरा प्रमाण गुरु अर्जन साहब का उच्चारण किया होया है, जिस विच पंजवें नानक बख्शिश करते समझाते हैं, सफल मूरत गुरदेव स्वामी सर्व कला भरपूरे, नानक गुर पार ब्रह्म परमेसर सदा सदा हजूरे। सफल मूरत, मूरत शख्सियत, किहदी शख्सियत? गुरदेव स्वामी, गुरदेव मालिक की शख्सियत जिहड़ी है सफल है, जीवन को कामयाब करने वाली है, जीवन का मनोरथ पूरा करने वाली है, वो समर्थ है। सफल मूरत गुरदेव स्वामी सर्व कला भरपूरे, और वो सारिया ताकतों की मालक, वो सारिया ताकतों का मालक है। गुरदेव स्वामी जिहड़ा सारिया ताकतों का मालक है, सब कुछ वो घर दे विच है। नानक गुर पार ब्रह्म परमेश्वर, मेरे वास्ते तो गुरु ही जिहड़ा है वो परमात्मा का रूप है, पार ब्रह्म परमेश्वर। और सदा सदा हजूरे, सदा मेरे अंग संग रहता है, गुरु मेरे संग सदा है नाले। नानक गुर पार ब्रह्म परमेश्वर सदा सदा हजूरे। यह है स्टेटस सिख के जीवन के विच। सिख अकाल पुरख के दर्शन जदों करना चाहता है, अकाल पुरख के नाल संबंध स्थापित करना चाहता है, गुरु दे राहीं करता है, गुरु के ज्ञान द्वारा करता है, गुरु की सिक्ख्या द्वारा करता है। इस करके उही उहदे वास्ते परमेश्वर है। उहदे विचों ही उहदे दर्शन करता है, उहदे विचों ही उहदे सच्चे स्वरूप का पता लगता है, उहदे विचों ही उहनूं सच्चे ज्ञान प्राप्त होता है, जिहड़ा अटल नेम कुदरत के बने हुए हैं, जिन्हां नाल सृष्टि चल रही है, जिन्होंने असीं नाम कहने हैं। इस करके गुरबाणी दे विचों ज्ञान लैना, गुरु नाल मिलाप करना, अकाल पुरख नाल मिलाप करना। अज बस इतने वचन प्रवान करना, होइयां भुलां वास्ते खिमा बख्श देना जी। वाहिगुरु जी का खालसा, वाहिगुरु जी की फतेह।